ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਜਿਸ ਕਰੀਏ ਪਿਛਲੇ ਕੁਝ ਦਿਨਾਂ ਤੋਂ ਚਾਹੇ ਮੋਹਾਲੀ ਕੋਰਟ ਹੋਏ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਹੋਏ ਵਿਜੀਲੈਂਸ ਦਾ ਮਾਮਲਾ ਸਾਰਿਆਂ ਨੇ ਦੇਖਿਆ ਲਗਾਤਾਰ ਚਰਚਾ ਵਿੱਚ ਨੇ। ਐਪਲੀਕੇਸ਼ਨ ਉਹਨਾਂ ਦੀ ਲਗਾਤਾਰ ਹਾਈ ਕੋਰਟ ਵਿੱਚ ਚੱਲਦੀਆਂ ਰਹੀਆਂ ਨੇ। ਬਲੈਂਕਟ ਬੇਲ ਦੀ ਵੀ ਗੱਲ ਕਰੀਏ ਤਾਂ ਹੁਣ ਵੱਡਾ ਫੈਸਲਾ ਆਇਆ। ਕੀ ਫੈਸਲਾ ਹੈ ਉਹਨਾਂ ਦੇ ਐਡਵੋਕੇਟ ਸਾਡੇ ਨਾਲ ਨੇ APS ਦਿਓਲ, ਗੱਲ ਕਰਾਂਗੇ। ਦਿਓਲ ਸਾਹਿਬ, ਪਹਿਲਾ ਮੇਰਾ ਸਵਾਲ, ਫੈਸਲਾ ਐਗਜ਼ੈਕਟ ਕੀ ਹੈ ਕਿ ਕਿਆ 2022 ਤੱਕ ਦੋਨੋਂ ਨੂੰ ਰਿਲੀਫ ਹੈ ਸਾਰੇ ਕੇਸਾਂ ਵਿੱਚ? हाँ जी, तुसीं बोल ही दिता। नहीं, पर कोर्ट के ऑर्डर की कहते हैं? कोर्ट के ऑर्डर ये कहते हैं, कंसिडरिंग इट टू बी ए केस ऑफ एक्सेप्शनल सर्कमस्टांस एंड हार्डशिप being caused to the petitioner by the state of Punjab within bracket on political grounds, there will be clear stay for the rest of the petitioner in all cases। पंजाबी च इन्हां दे उत्ते जिन्ने केस आ उन्हां सारे केसां च इन्हां दी स्टे ऑफ रेस्ट रहूगी और लाइकली टू बी रजिस्टर्ड ਜਿਹੜੇ ਕਿ ਗਾਂ ਨੂੰ ਸੋਚ ਸਕਦੀ ਹੈ ਗਵਰਨਮੈਂਟ ਇਹਨੂੰ ਫਿਰ ਅੱਗੇ ਇੰਪਲੀਕੇਟ ਕਰਨ ਤੋਂ ਲਾਈਕਲੀ ਟੂ ਬੀ ਅਰੈਸਟਡ ਔਰ ਰਜਿਸਟਰਡ ਔਰ ਵੇਅਰ ਹੀ ਸੌਟ ਟੂ ਬੀ ਇੰਪਲੀਕੇਟਡ ਵਿਦ ਦ ਏਡ ਆਫ ਜਾਂ ਇਹਨਾਂ ਨੂੰ ਕਿਤੇ ਸਾਜ਼ਿਸ਼ ਦੇ ਤੌਰ ਤੇ 120 ਵੀ ਸਾਜ਼ਿਸ਼ ਕੋਈ ਗਵਰਨਮੈਂਟ ਦੀ ਕੋਈ ਹੋਊਗੀ ਤਜਵੀਜ਼, ਉਹ ਸਾਰਿਆਂ ਤੇ ਪਾਬੰਦੀ ਲਾਤੀ ਗਈ ਹੈ। ਇਹ ਬਲੈਂਕਟ ਆਰਡਰ ਆਫ ਪ੍ਰੋਟੈਕਸ਼ਨ ਦਿੱਤਾ ਗਿਆ ਵਿਚ ਇਜ਼ ਏ ਰੇਅਰੈਸਟ ਆਫ ਦ ਰੇਅਰ ਆਰਡਰ ਇਨ ਦ ਹਿਸਟਰੀ ਆਫ ਜੁਡੀਸ਼ਰੀ। ਇਹ ਸਰਵਿਸ ਦੇ ਦੌਰਾਨ ਤੇ ਸਰਵਿਸ ਦੇ ਬਾਅਦ ਦੇ ਸਾਰੇ ਕੇਸ ਕੰਪਲੀਟ ਹੋ ਗਏ। ਹੁਣ ਹੋਰ ਤੁਹਾਨੂੰ ਇਹੀ ਤਾਂ ਦੱਸਿਆ ਸਾਰਾ। ਸੈਕੰਡ ਇਹਦੇ 'ਚ ਜਿਹੜੀ ਸਟੇ ਆ, ਜਿਹੜੀ ਉਸ ਤੋਂ ਵੀ ਇੰਪੋਰਟੈਂਟ ਸਟੇ ਆ, ਉਹ ਹੈ ਸਟੇ ਕਲੀਅਰ ਸਟੇ ਆਫ ਕੰਡਕਟਿੰਗ ਫਰਦਰ ਇਨਵੈਸਟੀਗੇਸ਼ਨ ਇਨ ਆਲ ਦਾ ਕੇਸਿਸ। ਹੁਣ ਇਹਦੇ ਤੇ ਮਤਲਬ ਆ ਫਰਦਰ ਇਨਵੈਸਟੀਗੇਸ਼ਨ ਇਨ ਆਲ ਦਾ ਕੇਸਿਸ, ਜਿਹਦੇ 'ਚ ਕਿ ਇਹ ਪਹਿਲਾਂ ਵੀ ਅਕਿਊਜ਼ਡ ਆ ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਕੇਸ, ਮੌਬ ਵਾਇਲੈਂਸ ਕੇਸ, ਉਹ ਵੀ ਇਨਕਲੂਡ ਆ। ਉਹਦੇ 'ਚ ਵੀ ਫਰਦਰ ਇਨਵੈਸਟੀਗੇਸ਼ਨ, ਜਿਹੜੀ ਇੱਕ ਵਾਰੀ ਇਨਵੈਸਟੀਗੇਸ਼ਨ ਸੈਟੀਸਫਾਈਡ ਹੋ ਗਈ ਆ ਹਾਈ ਕੋਰਟ ਤੋਂ, ਫਰਦਰ ਸਿਟ ਬਣੀ ਆ ਜਿਹੜੀ LN ਯਾਦਵ ਸਾਹਿਬ ਦੀ, ਉਹਦੇ ਤੇ ਵੀ ਪਾਬੰਦੀ ਇਹ ਲਾਗੂ ਹੋਊਗੀ। ਸਟੇ ਆਫ ਪ੍ਰੋਸੀਡਿੰਗਸ ਐਂਡ ਆਲ ਦਾ ਕੇਸਿਸ, ਫਰਦਰ ਇਨਵੈਸਟੀਗੇਸ਼ਨ ਪੈਂਡਿੰਗ ਅਗੇਂਸਟ ਹਿਮ, ਇਹਨਾਂ ਦੇ ਪ੍ਰਤੀ। ਫਿਰ ਅੱਗੇ ਜਿਹੜੀ ਸਟੇ ਆ ਉਹ ਹੈਗੀ ਆ ਫॉर ਕੰਡਕਟਿੰਗ ਐਨੀ ਇਨਵੈਸਟੀਗੇਸ਼ਨ ਇਨਕਲੂਡਿੰਗ ਐਨੀ ਕਮਿਸ਼ਨ ਅਪਾਇੰਟਡ ਬਾਈ ਦਾ ਸਟੇਟ ਆਫ ਪੰਜਾਬ ਟਿਲ ਫੈਬਰਰੀ 2022। ਇੱਕ ਇਹ ਸਟੇ ਆ। ਚੌਥੀ ਸਟੇ ਆ ਇਹਨਾਂ ਦੀ ਅਪੀਅਰੈਂਸ ਆਫ ਸੁਮੇਧ ਸਿੰਘ ਸੈਣੀ in any trial in any court will be stayed only subject to his moving an application। ਇੱਕ ਅਰਜੀ ਦੇਣੀ ਪਊਗੀ ਐਗਜ਼ੈਂਪਸ਼ਨ ਦੀ, ਉਹ ਵੀ ਸਟੇ ਲਾਗੂ ਰਹੂਗੀ ਫੈਬਰਰੀ 2022 ਤੱਕ। ਇਸ ਤੋਂ ਕਲੀਅਰ ਇੰਡੀਕੇਸ਼ਨ ਆ ਆਫ ਕਲੀਅਰ ਪੋਲੀਟੀਕਲ ਵਿੰਡਿਕਟਿਵਨੈਸ ਬਾय ਦ ਗਵਰਨਮੈਂਟ in implicating him in a case after case and then flouting the orders of the high court। ਉਲੰਘਣਾ ਹਾਈ ਕੋਰਟ ਦੇ ਆਰਡਰਾਂ ਦੀ ਟਾਈਮ ਐਂਡ ਅਗੇਨ ਕਰਨ ਦੇ ਨਤੀਜੇ ਤੋਂ ਇਹ ਕੋਰਟ ਨੇ ਇਸ ਮਤਲਬ ਇਹ ਇੰਨਾ ਸਟ੍ਰਿਕਟ ਵਿਊ ਲਿਆ ਕਿ ਵੀ ਕੋਰਟ ਦੇ ਆਰਡਰਾਂ ਦੀਆਂ ਉਲੰਘਣਾ ਕਰਕੇ ਔਨ ਦਾ ਫੇਸ ਆਫ ਦਾ ਹਾਈ ਕੋਰਟ ਆਰਡਰਸ ਆਰ ਬੀਇੰਗ ਵਾਇਲੇਟਡ। ਇੱਕ ਹੋਰ ਬੜੀ ਅਹਿਮ ਗੱਲ ਕੋਰਟ ਨੇ ਇਹਦੇ 'ਚ ਟਿੱਪਣੀ ਕੀਤੀ ਆ ਕਿ ਇੱਕ ਵਿਜੀਲੈਂਸ ਦਾ ਆਫਿਸਰ, ਇੱਕ DSP ਰੈਂਕ ਦਾ ਆਫਿਸਰ ਚੀਫ ਜਸਟਿਸ ਸਾਹਿਬ ਨੂੰ ਮੇਲ ਕਰ ਰਿਹਾ ਕਿ ਇਹ ਕੇਸ ਇਸ ਪਰਟੀਕੂਲਰ ਕੋਰਟ 'ਚੋਂ ਵਿਡਰਾਅ ਕੀਤਾ ਜਾਵੇ। ਜੇ ਇੱਥੇ ਤੱਕ ਉਹ ਕਹਿੰਦੇ ਪਹੁੰਚ ਗਈ ਆ ਸਿਚੁਏਸ਼ਨ, ਫਿਰ ਉਹਨਾਂ ਨੇ ਲਿਖਿਆ ਕਿ ਡਿਸਟ੍ਰਿਕਟ ਜੁਡੀਸ਼ਰੀ, ਹਾਈ ਕੋਰਟ ਐਂਡ ਸੁਪਰੀਮ ਕੋਰਟ to ensure that the criminal law does not become a weapon of selective harassment of citizens, the court should be live to both ends of the spectrum। ਮਤਲਬ ਇੱਕ ਸਕੋਪ ਨੂੰ ਹਾਈ ਕੋਰਟ ਦੇ ਲੈਵਲ ਤੇ ਬਹੁਤ ਜ਼ਿਆਦਾ ਵਾਈਡਨ ਕੀਤਾ ਇਨ ਵਿਊ ਆਫ ਅਰਨਬ ਗੋਸਵਾਮੀ ਜਜਮੈਂਟ ਰੈਂਡਰਡ ਬਾਈ ਦ ਸੁਪਰੀਮ ਕੋਰਟ ਕਿ ਜਿੱਥੇ ਇਹ ਹਾਲਾਤ ਬਣ ਜਾਣ ਉੱਥੇ ਕੋਰਟ ਕੋਲ ਜਿਹੜੀ ਪਾਵਰ ਆ ਉਹ ਐਂਡਲੈਸ ਆ ਫਿਰ ਟੂ ਮੇਨਟੇਨ ਰੂਲ ਆਫ ਲਾਅ ਸੋ ਦੈਟ ਦੇਰ ਇਜ਼ ਨੋ ਸਿਲੈਕਟਿਵ ਟਾਰਗੇਟਿੰਗ ਆਫ ਐਨੀ ਇੰਡੀਵਿਜੂਅਲ। ਇਹ ਤੁਸੀਂ ਬੜਾ ਵਾਈਡ ਆਰਡਰ ਜਿਹੜਾ ਆਇਆ ਪੜ੍ਹ ਕੇ ਵੀ ਸੁਣਾਇਆ ਵੀ ਦੱਸਤਾ ਕਿ ਕੋਈ ਵੀ ਕੇਸ ਹੋਏ ਚਾਹੇ ਵਿਜੀਲੈਂਸ ਦਾ ਹੈ ਕੋਈ ਵੀ ਹੋਏ ਸਾਰੇ ਵਿੱਚ ਹੁਣ ਕਲੈਰਿਟੀ ਹੋ ਗਈ। ਚਾਰੋਂ ਜਿਹੜੀਆਂ ਕੰਡੀਸ਼ਨਸ ਆ ਉਹ ਤੁਹਾਨੂੰ ਦੱਸਤੀਆਂ। ਸੋ ਬਿਲਕੁਲ, ਔਰ ਜ਼ਿਆਦਾ ਜਾਣਕਾਰੀ ਦੇ ਲਈ ਫੋਨ ਲਾਈਨ ਤੇ ਜੁੜੇ ਨੇ ਸਾਡੇ ਨਾਲ ਉਮੇਸ਼ ਸ਼ਰਮਾ ਜੀ। ਉਮੇਸ਼, ਕੀ ਸਮਝਿਆ ਜਾਵੇ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਰਾਹਤ ਹੈ ਸੁਮੇਧ ਸੈਣੀ ਹੋਰਾਂ ਨੂੰ? ਦੇਖੋ ਗੁਰਜੋਤ, ਜਿਹੜਾ ਇਹ ਆਰਡਰ ਹੈ ਜਿੱਦਾਂ ਹੁਣ APS ਦਿਓਲ ਨੇ ਵੀ ਦੱਸਿਆ, ਕਲੀਅਰ ਤੇ ਵਾਰ-ਵਾਰ ਵਰਡ ਯੂਜ਼ ਕੀਤਾ ਗਿਆ ਤੇ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਸਾਫ਼ ਕਿਹਾ ਗਿਆ ਕਿ ਪੋਲੀਟੀਕਲ ਮਾਈਲੇਜ ਜਿਹੜੀ ਹੈਗੀ ਆ ਉਹ ਸੁਮੇਧ ਸਿੰਘ ਸੈਣੀ ਦੇ ਰਾਹੀਂ ਸਰਕਾਰ ਯੂਜ਼ ਕਰ ਸਕਦੀ ਹੈ। ਔਰ ਕਿਤੇ ਨਾ ਕਿਤੇ ਤੁਸੀਂ ਇਸ ਆਰਡਰ ਦੀ, ਜੇ ਮੈਂ ਮੁੱਖ ਬਿੰਦੂ ਦੀ ਗੱਲ ਕਰਾਂ, ਮੁੱਖ ਪਹਿਲੂਆਂ ਦੀ ਗੱਲ ਕਰਾਂ, ਕੋਟਕਪੂਰਾ ਗੋਲੀकांड ਹੋਏ ਚਾਹੇ ਬਹਿਬਲ ਕਲਾਂ ਗੋਲੀकांड ਹੋਏ, ਪੰਜਾਬ ਵਿਜੀਲੈਂਸ ਦੇ 11 ਨੰਬਰ FIR ਹੋਈ, 13 ਨੰਬਰ FIR ਹੋਏ, ਕੋਈ ਵੀ ਕੇਸਿਸ ਹੋਏ, ਭਾਵੇਂ ਬਲਵੰਤ ਮੁਲਤਾਨੀ ਵਾਲੇ ਕੇਸ ਨੂੰ ਛੱਡ ਕੇ, ਕਿਉਂਕਿ ਉਹ ਸੁਪਰੀਮ ਕੋਰਟ ਵਿੱਚ ਚੱਲਦਾ ਪਿਆ ਤੇ ਕੋਰਟ ਨੇ ਕਲੀਅਰ ਕੱਟ ਦੱਸਿਆ, ਪੰਚਤੰਤਰ ਦੀ ਕਹਾਣੀ ਦਾ ਜ਼ਿਕਰ ਕੀਤਾ, ਉਹਦੇ ਵਿੱਚ ਸਾਫ਼ ਜਿਹੜੀ ਉਹ ਕਹਾਣੀ ਦੱਸੀ ਹੈ, ਕੋਰਟ ਨੇ ਸਾਫ਼ ਇਸ਼ਾਰਾ ਕੀਤਾ ਹੈ ਕਿ ਕੌਣ ਕਿੱਦਾਂ ਕੀ ਰੋਲ ਨਿਭਾ ਰਿਹਾ। ਤਾਂ ਬਾਰ-ਬਾਰ ਕਿਹਾ ਕਿ ਸਰਕਾਰ ਜਿਹੜੀ ਪੰਜਾਬ ਪੁਲਿਸ ਹੈ ਬਾਰ-ਬਾਰ ਕੋਰਟ ਦੇ ਆਰਡਰ ਨੂੰ ਜਿਹੜੇ 2018 ਤੋਂ ਲੈ ਕੇ ਹੁਣ ਤੱਕ ਆਰਡਰ ਨੇ
ਸੈਣੀ ਦੇ ਸੁਮੇਧ ਸਿੰਘ ਸੈਣੀ ਦੇ ਮਾਮਲੇ ਵਿੱਚ ਉਹਨੂੰ ਓਵਰਰੀਚ ਕੀਤਾ ਗਿਆ ਤੇ ਐਗਜ਼ਾਮਪਲ ਵੀ ਦਿੱਤਾ ਗਿਆ ਗੁਰਜੋਤ ਕੇ ਜਿੱਦਾਂ ਹੁਣ ਵਿਜੀਲੈਂਸ ਵਾਲਾ ਇੱਕ ਅਫਸਰ ਚੀਫ ਜਸਟਿਸ ਨੂੰ ਮੇਲ ਕਰਕੇ ਕਹਿੰਦਾ ਹੈ ਕਿ ਜਸਟਿਸ ਤਿਆਗੀ ਦੇ ਕੋਰਟ 'ਚ ਕੇਸ ਨਹੀਂ ਲੱਗਣਾ ਚਾਹੀਦਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ। ਨਾਲੇ ਇਹ ਵੀ ਕੋਰਟ ਨੇ ਜ਼ਿਕਰ ਕੀਤਾ, ਲਾਈਨ ਇਹ ਵੀ ਹੈਗੀ ਹੈ ਕਿ ਕਈ ਇਹੋ ਜਿਹੇ ਕੇਸ MP MLA ਦੇ ਖਿਲਾਫ ਚੱਲ ਰਹੇ ਨੇ, ਸਿਟਿੰਗ ਚੀਫ ਮਿਨਿਸਟਰ ਦੇ ਖਿਲਾਫ ਵੀ ਐਲੀਗੇਸ਼ਨਸ ਨੇ। ਤਾਂ ਇਹ ਨਿਆਂ ਪ੍ਰਕਿਰਿਆ ਜਿਹੜੀ ਹੈਗੀ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ ਔਰ ਕਲੀਅਰ ਕੱਟ ਸਟੇ ਕਿ ਕੋਈ ਵੀ ਮਾਮਲੇ ਵਿੱਚ ਜਾਂ ਤੁਸੀਂ ਫਿਊਚਰ ਕੋਈ ਮਾਮਲਾ ਸੋਚ ਰਹੇ ਹੋ ਉਹਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਨੂੰ 2022 ਤੱਕ ਤੁਸੀਂ ਅਰੈਸਟ ਨਹੀਂ ਕਰ ਸਕਦੇ ਹੋ। ਕੋਈ ਤੁਹਾਡਾ ਜਾਂਚ ਕਮਿਸ਼ਨ ਇਹ ਵੀ ਸਾਫ਼ ਕਰਤਾ, ਕੋਈ ਵੀ ਜਾਂਚ ਕਮਿਸ਼ਨ ਜੇ ਦੁਬਾਰਾ ਕੋਈ ਪੰਜਾਬ ਸਰਕਾਰ ਬਣਾਉਂਦੀ ਹੈ ਤੁਸੀਂ ਸੁਮੇਧ ਸਿੰਘ ਸੈਣੀ ਨੂੰ ਅਰੈਸਟ ਨਹੀਂ ਕਰ ਸਕਦੇ ਹੋ। ਔਰ ਜਿਹੜੇ ਆਰਡਰਾਂ ਦਾ ਬਾਰ-ਬਾਰ ਉਲੰਘਣਾ ਜ਼ਿਕਰ ਦਿਓਲ IPS ਦਿਓਲ ਵੀ ਕਰ ਰਹੇ ਸੀ, ਉਹ ਪਹਿਲਾਂ ਵੀ ਆਰਡਰ 'ਚ ਜ਼ਿਕਰ ਆਇਆ ਸੀ ਜਦੋਂ ਪਹਿਲੀ ਪਟੀਸ਼ਨ ਲੱਗਦੀ ਸੀ। ਹੁਣ ਇਹ ਪੂਰਾ ਇੱਕ ਪ੍ਰੋਟੈਕਸ਼ਨ ਆਰਡਰ 2022 ਤੱਕ ਸੁਮੇਧ ਸਿੰਘ ਸੈਣੀ ਨੂੰ ਮਿਲ ਚੁੱਕਿਆ। ਜੀ ਠੀਕ ਹੈ ਉਮੇਸ਼, ਫਿਲਹਾਲ ਜਾਣਕਾਰੀ ਦੇ ਲਈ ਬਹੁਤ-ਬਹੁਤ ਧੰਨਵਾਦ ਹੈ। ਸੋ 2022 ਦੀਆਂ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਨਹੀਂ ਹੋ ਸਕਦੀ, ਹਾਲਾਂਕਿ ਪੂਰਨ ਤੌਰ ਤੇ ਇਹ ਕਹਿ ਸਕਦੇ ਹਾਂ ਇੱਕ ਸੁਰੱਖਿਆ ਕਵਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਮੇਧ ਸੈਣੀ ਨੂੰ ਦਿੰਦਾ ਹੋਇਆ ਨਜ਼ਰ ਆਇਆ। ਔਰ ਥੋੜੀ ਦੇਰ ਪਹਿਲਾਂ ਗੱਲਬਾਤ ਕੀਤੀ ਸੀ ਕੁਲਦੀਪ ਸਿੰਘ ਵੈਦ ਦੇ ਨਾਲ, ਕਾਂਗਰਸ ਵਿਧਾਇਕ ਨੇ, ਉਹ ਵੀ ਸੁਣ ਲੈਂਦੇ।